हाँ जी स्टूडेंट्स, ਆਪਾਂ ਸੋਲੋ ਪ੍ਰੋਪਰਾਈਟਰਸ਼ਿਪ ਫਾਰਮ ਆਫ ਆਰਗੇਨਾਈਜੇਸ਼ਨ ਪੜ੍ਹ ਰਹੇ ਹਾਂ। ਇਹਦੇ ਵਿੱਚ ਪਹਿਲਾਂ ਆਪਾਂ ਇਹਦਾ ਮੀਨਿੰਗ, ਇਹਦੀਆਂ ਮੈਰਿਟਸ ਜਾਂ ਕੈਰੈਕਟਰਿਸਟਿਕਸ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਬੇਟਾ। ਨੈਕਸਟ ਜਿਹੜਾ ਟੌਪਿਕ ਅੱਜ ਆਪਾਂ ਸਟਾਰਟ ਕਰਨਾ ਉਹ ਹੈ ਲਿਮੀਟੇਸ਼ਨਸ ਔਰ ਡਿਸਐਡਵਾਂਟੇਜਸ ਆਫ ਸੋਲੋ ਪ੍ਰੋਪਰਾਈਟਰਸ਼ਿਪ। ਸਭ ਤੋਂ ਪਹਿਲਾਂ ਲਾਇਬਿਲਿਟੀ ਬਾਰੇ ਦੱਸਿਆ ਗਿਆ ਕਿ ਅਨਲਿਮਿਟਡ ਹੁੰਦੀ ਆ। Unlimited liability of the sole proprietor is a serious drawback of this sole proprietorship form of organization. ਸੋਲ ਪ੍ਰੋਪਰਾਈਟਰਸ਼ਿਪ ਦੀ ਸਭ ਤੋਂ ਵੱਡੀ ਡਰਾਬੈਕ ਕੀ ਆ ਕਿ ਇਹਦੀ ਲਾਇਬਿਲਿਟੀ ਅਨਲਿਮਿਟਡ ਹੁੰਦੀ ਹੈ ਪਰਸਨ ਦੀ। ਇਨ ਕੇਸ ਦਾ ਪ੍ਰੋਪਰਾਈਟਰ ਸਫਰਸ ਅ ਲਾਸ ਇਨ ਦ ਬਿਜ਼ਨਸ, then his liability is not only limited to the extent of his investment in the business but also to the private property of the trader. ਮੰਨ ਲਓ ਬਿਜ਼ਨਸਮੈਨ ਨੂੰ ਆਪਦੇ ਬਿਜ਼ਨਸ ਦੇ ਵਿੱਚ ਕੋਈ ਲਾਸ ਹੋ ਗਿਆ ਤਾਂ ਜਿੰਨੀ ਉਹਦੀ ਇਨਵੈਸਟਮੈਂਟ ਸੀ ਸਿਰਫ ਉਸ ਚੀਜ਼ ਦਾ ਹੀ ਘਾਟਾ ਨਹੀਂ ਪਊਗਾ ਉਸਨੂੰ। ਜਿਹੜੀ ਉਹਦੀ ਪ੍ਰੋਪਰਟੀ ਆ, ਪਰਸਨਲ ਪ੍ਰੋਪਰਟੀ ਆ, ਉਹ ਵੀ ਵੇਚੀ ਜਾ ਸਕਦੀ ਆ ਲੋਕਾਂ ਦਾ ਕਰਜ਼ ਦੇਣ ਦੇ ਲਈ। ਦਸ ਇਟ ਕ੍ਰੀਏਟਸ ਅ ਮੇਜਰ ਹਰਡਲ ਇਨ ਦਾ ਸਕਸੈਸ ਐਂਡ ਐਕਸਪੈਂਸ਼ਨ ਆਫ ਦਾ ਬਿਜ਼ਨਸ। ਸੋ ਇਸ ਤਰੀਕੇ ਨਾਲ ਬਿਜ਼ਨਸ ਦੀ ਸਕਸੈਸ ਜਾਂ ਐਕਸਪੈਂਸ਼ਨ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟ ਆਉਂਦੀ ਆ। Next, limited manageriality. The manageriality of the sole trader is limited. He may not be expert in all the matters of the business. ਜੋ ਵੀ ਪਰਸਨ ਇਹ ਬਿਜ਼ਨਸ ਨੂੰ ਚਲਾ ਰਿਹਾ ਹੁੰਦਾ ਉਹ ਇਕੱਲਾ ਪਰਸਨ ਹੁੰਦਾ ਤਾਂ ਉਹਦੀ ਜਿਹੜੀ ਮੈਨੇਜ ਕਰਨ ਦੀ ਐਬਿਲਿਟੀ ਉਹ ਵੀ ਲਿਮਿਟਡ ਹੁੰਦੀ ਆ। ਉਹ ਹਰ ਇੱਕ ਕੰਮ ਦੇ ਵਿੱਚ ਐਕਸਪਰਟ ਨਹੀਂ ਹੋ ਸਕਦਾ। ਹੀ ਵਿਲ ਹੈਵ ਟੂ ਡਿਪੈਂਡ ਅਪੋਨ ਦਾ ਸਰਵਿਸਿਜ਼ ਆਫ ਪ੍ਰੋਫੈਸ਼ਨਲਸ ਐਂਡ ਐਕਸਪਰਟ ਪੀਪਲ। ਉਹਨੂੰ ਪ੍ਰੋਫੈਸ਼ਨਲ ਲੋਕਾਂ ਦੀ ਜਾਂ ਐਕਸਪਰਟ ਲੋਕਾਂ ਦੀ ਹੈਲਪ ਲੈਣੀ ਪੈਂਦੀ ਆ। ਬਟ ਸੱਚ ਪੇਡ ਇੰਪਲੋਈਜ਼ ਵਿਲ ਨਾਟ ਟੇਕ ਐਜ਼ ਮਚ ਇੰਟਰਸਟ ਐਜ਼ ਦਾ ਓਨਰ ਸੋਲ ਟਰੇਡਰ ਹਿਮਸੈਲਫ ਟੇਕਸ। ਜੇ ਉਹ ਕਿਸੇ ਪਰਸਨ ਦੀ ਹੈਲਪ ਵੀ ਲੈਂਦਾ ਬਟ ਉਹ ਇੰਨਾ ਇੰਟਰਸਟ ਨਹੀਂ ਲੈਂਦੇ ਉਹ ਪਰਸਨ ਦੇ ਬਿਜ਼ਨਸ ਦੇ ਵਿੱਚ, ਠੀਕ ਆ, ਜਿੰਨਾ ਕਿ ਉਹ ਮਾਲਕ ਖੁਦ ਲੈਂਦਾ। ਇਨ ਦਾ ਪ੍ਰੈਜੈਂਟ ਡੇ ਵਰਲਡ ਦਾ ਜੋਬਸ ਆਰ ਬਿਕਮਿੰਗ ਕੰਪਲੈਕਸ ਐਂਡ ਕੰਪਲੈਕਸ। ਅੱਜ ਕੱਲ੍ਹ ਦੇ ਟਾਈਮ 'ਚ ਜਿਹੜੀਆਂ ਜੋਬਸ ਨੇ ਬਹੁਤ ਡਿਫੀਕਲਟ ਹੋ ਰਹੀਆਂ ਨੇ। ਬਟ ਡਿਊ ਟੂ ਲਿਮਿਟਡ ਰਿਸੋਰਸਿਸ ਆ ਸੋਲ ਟਰੇਡਰ ਵਿਲ ਨਾਟ ਬੀ ਏਬਲ ਟੂ ਯੂਜ਼ ਦ ਸਰਵਿਸਿਜ਼ ਆਫ ਦ ਐਕਸਪਰਟਸ ਵਿਚ ਵਿਲ ਹਿੰਡਰ ਦ ਗਰੋਥ ਆਫ ਦ ਕੰਸਰਨ ਇੱਥੇ ਕਿਹਾ ਗਿਆ ਫਰਮ ਨੂੰ ਜਾਂ ਐਂਟਰਪ੍ਰਾਈਜ਼ ਨੂੰ ਕਿ ਕਿਉਂਕਿ ਉਹਦੇ ਕੋਲ ਲਿਮਿਟਡ ਰਿਸੋਰਸ ਹੁੰਦੇ ਆ ਤਾਂ ਸਾਰੇ ਐਕਸਪਰਟ ਲੋਕਾਂ ਦੀਆਂ ਸਰਵਿਸਿਜ਼ ਉਹ ਨਹੀਂ ਲੈ ਸਕਦਾ, ਤਾਂ ਕਰਕੇ ਉਹਦਾ ਜਿਹੜਾ ਬਿਜ਼ਨਸ ਆ ਉਹਦੀ ਗਰੋਥ ਦੇ ਵਿੱਚ ਰੁਕਾਵਟ ਆਉਂਦੀ ਆ। ਨੈਕਸਟ ਜਿਹੜਾ ਆਪਣਾ ਹੈਗਾ ਪੁਆਇੰਟ ਉਹ ਹੈ ਲਿਮਿਟਡ ਰਿਸੋਰਸਿਸ। ਹੁਣ ਦੇਖੋ ਇਹਦੇ ਵਿੱਚ ਕੀ ਦੱਸਿਆ ਗਿਆ ਵਾ, ਦ ਰਿਸੋਰਸਿਸ ਆਫ ਦ ਸੋਲ ਪ੍ਰੋਪਰਾਈਟਰਸ਼ਿਪ ਫਾਰਮ ਆਫ ਆਰਗੇਨਾਈਜੇਸ਼ਨ ਆਰ only limited to the extent of proprietor's own savings and borrowings from his relatives and friends. ਦੇਖੋ ਇਹਦੇ 'ਚ ਇਹ ਦੱਸਿਆ ਗਿਆ ਕਿ ਉਹ ਪਰਸਨ ਦੇ ਕੋਲ ਜਿਹੜੇ ਸਰੋਤ ਨੇ ਜਾਂ ਪੈਸਾ ਵਗੈਰਾ ਉਹ ਸਾਰਾ ਲਿਮਿਟਡ ਆ, ਬਿਕੋਜ਼ ਜਾਂ ਤਾਂ ਉਹਦੀ ਆਪਦੀ ਸੇਵਿੰਗ ਲੱਗੀ ਹੁੰਦੀ ਹੈ ਬਿਜ਼ਨਸ ਦੇ ਵਿੱਚ ਜਾਂ ਉਹਨੇ ਆਪਦੇ ਰਿਲੇਟਿਵਸ ਤੋਂ ਜਾਂ ਫਰੈਂਡਸ ਤੋਂ ਲਿਆ ਹੁੰਦਾ ਉਧਾਰ। A sole trader cannot raise loan from financial institutions because of the complex formalities and his weak economic position. ਕਿਉਂਕਿ ਉਹ ਪਰਸਨ ਦੀ ਇਕਨੋਮਿਕ ਪੋਜੀਸ਼ਨ ਵੀ ਵੀਕ ਹੁੰਦੀ ਆ ਅਤੇ ਤਾਂ ਕਰਕੇ ਉਹ ਬੈਂਕਾਂ ਦੇ ਕੋਲੋਂ ਲੋਨ ਨਹੀਂ ਲੈ ਸਕਦਾ, ਕਿਉਂਕਿ ਉੱਥੇ ਜਿਹੜੀਆਂ ਫਾਰਮੈਲਿਟੀਜ਼ ਹੁੰਦੀਆਂ ਨੇ, ਮਤਲਬ ਡਾਕੂਮੈਂਟੇਸ਼ਨ ਦਾ ਕੰਮ, ਕਾਗਜ਼ ਵਗੈਰਾ ਦਾ ਬਣਾਉਣਾ ਜਾਂ ਅਪਲਾਈ ਕਰਨਾ, ਉਹ ਬਹੁਤ ਕੰਪਲੈਕਸ ਆ। The limited funds is a hindrance in expansion and growth of the business. ਸੋ ਜਿਹੜਾ ਘੱਟ ਪੈਸਾ ਇਹ ਵੀ ਸਾਡੇ ਬਿਜ਼ਨਸ ਦੀ ਗਰੋਥ ਦੇ ਵਿੱਚ ਕੀ ਆ, ਰੁਕਾਵਟ ਹੈ। ਨੈਕਸਟ ਫੋਰਥ ਪੁਆਇੰਟ ਦੇਖੋ, ਅਨਸਰਟਨ ਐਗਜ਼ਿਸਟੈਂਸ। ਹੁਣ ਆਪਾਂ ਪਹਿਲਾਂ ਇਹਦੇ ਵਿੱਚ ਕੈਰੈਕਟਰਿਸਟਿਕ 'ਚ ਪੜ੍ਹਿਆ ਕਿ ਸਟੇਬਿਲਿਟੀ ਹੁੰਦੀ ਹੈ ਇਹਦੇ ਵਿੱਚ ਤਾਂ, ਬਟ ਐਕਚੁਅਲ ਦੇ ਵਿੱਚ ਹਰ ਇੱਕ, ਜਿਵੇਂ ਐਵਰੀ ਕੋਇਨ ਹੈਜ਼ ਟੂ ਫੇਸਿਸ, ਮਤਲਬ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਉਵੇਂ ਇਹਦੇ ਵਿੱਚ ਕੁਛ ਪੁਆਇੰਟਾਂ ਦੇ ਉੱਪਰ ਫਾਇਦਾ ਵੀ ਆ ਬਟ ਨੁਕਸਾਨ ਵੀ ਆ। The continuity and the existence of the business depend upon the ability of the lifespan of the trader. ਕੋਈ ਬਿਜ਼ਨਸ ਕਿੰਨਾ ਕੁ ਚਿਰ ਮੌਜੂਦ ਰਹੂਗਾ ਜਾਂ ਚੱਲਦਾ ਰਹੂਗਾ, ਇਹ ਡਿਪੈਂਡ ਕਰਦਾ ਕਿ ਉਹ ਪਰਸਨ ਦੇ ਵਿੱਚ ਕਿੰਨੀ ਕੁ ਐਬਿਲਿਟੀ ਇਹਨੂੰ ਚਲਾਉਣ ਦੀ ਜਾਂ ਫਿਰ ਉਹਦੀ ਜ਼ਿੰਦਗੀ 'ਤੇ। ਇਨ ਕੇਸ ਆਫ ਹਿਸ ਡੈਥ ਦ ਬਿਜ਼ਨਸ ਇਜ਼ ਡਿਸਕੰਟੀਨਿਊਡ। ਮੰਨ ਲਓ ਪਰਸਨ ਦੀ ਡੈਥ ਹੋ ਜਾਏ ਤਾਂ ਬਿਜ਼ਨਸ ਹੋ ਜਾਊਗਾ, ਖਤਮ ਹੋ ਜਾਊਗਾ ਜਾਂ ਬੰਦ ਹੋ ਜਾਊਗਾ। ਦ ਸਕਸੈਸਰ ਮੇ ਟੇਕ ਚਾਰਜ ਆਫ ਦ ਬਿਜ਼ਨਸ ਬਟ ਦੇ ਮੇ ਲੈਕ ਐਨ ਐਬਿਲਿਟੀ ਔਰ ਐਪਟੀਟਿਊਡ ਟੂ ਕੰਟੀਨਿਊ ਇਟ। ਹੋ ਸਕਦਾ ਜਿਹੜੇ ਉਹਦੇ ਅੱਗੇ ਵਾਰਸ ਨੇ ਉਹ ਬਿਜ਼ਨਸ ਨੂੰ ਦਾ ਚਾਰਜ ਲੈ ਲੈਣ, ਮਤਲਬ ਕੈਰੀ ਔਨ ਕਰਨ, ਬਟ ਉਹਨਾਂ ਦੇ ਵਿੱਚ ਉਹ ਐਬਿਲਿਟੀ ਨਹੀਂ ਹੁੰਦੀ, ਉਹ ਐਪਟੀਟਿਊਡ ਨਹੀਂ ਹੁੰਦਾ ਉਹਨੂੰ ਕੰਟੀਨਿਊ ਕਰਨ ਦਾ। ਡਿਊ ਟੂ ਕਲੋਜ਼ ਡਾਊਨ ਔਨ ਦ ਬਿਜ਼ਨਸ, ਕਸਟਮਰਸ ਔਰ ਦ ਕ੍ਰੈਡੀਟਰਸ ਵਿਲ ਸਫਰ ਵਿਚ ਆਲਸੋ ਰਿਜ਼ਲਟਸ ਇਨ ਲਾਸ ਆਫ ਦ ਸੋਸਾਇਟੀ। ਸੋ ਬਿਜ਼ਨਸ ਦੇ ਬੰਦ ਹੋਣ ਨਾਲ ਕਸਟਮਰਸ ਨੂੰ ਜਾਂ ਜਿਹੜੇ ਕ੍ਰੈਡੀਟਰ ਸੀ ਜਿਨ੍ਹਾਂ ਨੇ ਸਾਨੂੰ ਉਧਾਰ ਦਿੱਤਾ ਸੀ ਸਾਰਿਆਂ ਨੂੰ ਨੁਕਸਾਨ ਹੁੰਦਾ, ਤਾਂ ਇਹਦੇ ਨਾਲ ਕੀ ਆ, ਪੂਰੀ ਸੋਸਾਇਟੀ ਸਫਰ ਕਰਦੀ ਹੈ, ਠੀਕ ਆ। ਨੈਕਸਟ ਫਿਫਥ ਪੁਆਇੰਟ ਦੇਖੋ, ਨੋ ਲਾਰਜ ਸਕੇਲ ਇਕੋਨਮੀਜ਼। In a small scale business, a person cannot enjoy the benefits or economies of large scale business. ਹੁਣ ਇਹਦੇ ਵਿੱਚ ਇਹਦਾ ਲਾਰਜ ਸਕੇਲ ਇਕੋਨਮੀ ਦਾ ਮਤਲਬ ਕੀ ਆ। ਹੁਣ ਜਿਵੇਂ ਸੈਕਿੰਡ ਲਾਈਨ ਦੇਖੋ, a large scale business can economize in purchase, transport, production and marketing. ਇਹਦਾ ਮੀਨਿੰਗ ਸਮਝ ਲਓ ਪਹਿਲਾਂ। ਕਹਿੰਦੇ ਜਿਹੜਾ ਛੋਟੇ ਪੈਮਾਨੇ 'ਤੇ ਬਿਜ਼ਨਸ ਹੁੰਦਾ ਉਹਨੂੰ ਉਨੇ ਬੈਨੀਫਿਟਸ ਨਹੀਂ ਮਿਲਦੇ ਜਿੰਨਾ ਵੱਡੇ ਲੈਵਲ ਵਾਲੇ ਬਿਜ਼ਨਸ ਵਾਲਿਆਂ ਨੂੰ ਮਿਲਦੇ ਆ। ਹੁਣ ਵੱਡੇ ਲੈਵਲ ਵਾਲਿਆਂ ਨੂੰ ਕੀ ਮਿਲਦੇ ਆ ਇਹੋ ਜਿਹੇ ਬੈਨੀਫਿਟਸ, ਜਿਵੇਂ
ਇਕੋਨਮੀ ਇਨ ਪਰਚੇਜ਼ ਮਤਲਬ ਉਹਨੇ ਪਰਚੇਜ਼ ਕੀਤੀ ਹੈ ਕਿਤੋਂ, ਜਾਂ ਟਰਾਂਸਪੋਰਟੇਸ਼ਨ ਜਾਂ ਪ੍ਰੋਡਕਸ਼ਨ ਜਾਂ ਮਾਰਕੀਟਿੰਗ। ਇਹਦਾ ਮੀਨਿੰਗ ਕੀ ਆ ਕਿ ਜਦੋਂ ਆਪਾਂ ਕਿਸੇ ਮੰਨ ਲਓ ਸਪੋਜ਼ ਕਰੋ ਆਪਾਂ ਵੱਡੇ ਪੈਮਾਨੇ 'ਤੇ ਜਾ ਕੇ ਬਹੁਤ ਜ਼ਿਆਦਾ ਸਮਾਨ ਖਰੀਦਦੇ ਹਾਂ ਤਾਂ ਆਪਾਂ ਨੂੰ ਕੁਛ ਨਾ ਕੁਛ ਉੱਥੇ ਚੀਜ਼ ਦੇ ਵਿੱਚ ਛੋਟ ਮਿਲਦੀ ਹੈ, ਕੁਛ ਡਿਸਕਾਊਂਟ ਮਿਲਦਾ। ਬਟ ਜੇ ਆਪਾਂ ਥੋੜ੍ਹੀ ਜਿਹੀ ਚੀਜ਼ ਲੈਣੀ ਹੋਵੇ ਥੋੜ੍ਹੀ ਦੇ ਵਿੱਚ ਡਿਸਕਾਊਂਟ ਨਹੀਂ ਮਿਲਦਾ ਹੁੰਦਾ। ਇਸੇ ਤਰੀਕੇ ਨਾਲ ਟਰਾਂਸਪੋਰਟੇਸ਼ਨ ਆ, ਕਿਤੋਂ ਇਕੱਠਾ ਸਮਾਨ ਇੱਕ ਟਰੱਕ ਦੇ ਵਿੱਚ ਆਪਾਂ ਲੋਡ ਕਰਕੇ ਲੈ ਕੇ ਆ ਰਹੇ ਹਾਂ, ਠੀਕ ਆ, ਫੁੱਲ ਭਰਿਆ ਹੋਇਆ ਟਰੱਕ ਆ ਤਾਂ ਉਹਦਾ ਚਾਰਜਸ ਓਨਾ ਹੀ ਪਊਗਾ। ਬਟ ਜੇ ਆਪਾਂ ਉਹਦੇ ਵਿੱਚ ਥੋੜ੍ਹਾ ਘੱਟ ਵੀ ਲੈ ਕੇ ਆਵਾਂਗੇ ਤਾਂ ਚਾਰਜਸ ਓਨੇ ਹੀ ਪਏ ਬਟ ਸਾਨੂੰ ਫਾਇਦਾ ਨਹੀਂ ਕੋਈ ਹੋਏਗਾ, ਕਿਉਂਕਿ ਸਮਾਨ ਘੱਟ ਮੁੱਲ ਦਾ ਆਇਆ ਸਾਡੇ ਕੋਲੇ, ਠੀਕ ਆ, ਅਤੇ ਕਿਰਾਇਆ ਉਹਦੇ ਉੱਪਰ ਓਨਾ ਹੀ ਪੈ ਗਿਆ। ਸੋ ਇਹਦਾ ਮਤਲਬ ਕੀ ਆ ਕਿ ਜਿੰਨਾ ਜ਼ਿਆਦਾ ਅਸੀਂ ਵੱਧ ਸਮਾਨ ਖਰੀਦਾਂਗੇ, ਠੀਕ ਆ, ਮੋਸਟਲੀ ਵੱਡੇ ਬਿਜ਼ਨਸਮੈਨ ਲੋਕਾਂ ਨੂੰ ਇਹ ਫਾਇਦਾ ਹੁੰਦਾ, ਮਤਲਬ ਲਾਰਜ ਸਕੇਲ ਇਕੋਨਮੀ ਦਾ, ਕਿ ਜਿੰਨਾ ਜ਼ਿਆਦਾ ਸਮਾਨ ਖਰੀਦਦੇ ਉਨਾ ਹੀ ਉਹਨਾਂ ਨੂੰ ਸਸਤਾ ਪੈਂਦਾ। ਸੋ ਡਿਊ ਟੂ ਹਾਈ ਪ੍ਰੋਡਕਸ਼ਨ ਦਾ cost of production per unit is less in big concerns as compared to the cost of production in sole proprietorship form of organization। ਕਹਿੰਦੇ ਹਾਈ ਪ੍ਰੋਡਕਸ਼ਨ ਹੁੰਦੀ ਆ ਵੱਡੇ ਬਿਜ਼ਨਸ ਹਾਊਸਿਸ ਦੇ ਵਿੱਚ, ਸੋ ਜਿਸ ਕਰਕੇ ਪ੍ਰਤੀ ਪ੍ਰੋਡਕਟ ਖਰਚਾ ਬਹੁਤ ਘੱਟ ਪੈਂਦਾ ਉਹਨਾਂ ਨੂੰ, ਕਿਉਂਕਿ ਜਿੱਥੋਂ ਖਰੀਦਿਆ ਸੀ ਉੱਥੇ ਵੀ ਛੋਟ ਮਿਲੀ, ਜਿੱਥੋਂ ਟਰਾਂਸਪੋਰਟੇਸ਼ਨ ਅਸੀਂ ਲੈ ਕੇ ਆਏ ਉਹਦੇ ਵਿੱਚ ਵੀ ਕਾਫੀ ਛੋਟ ਮਿਲੀ ਉਹਨਾਂ ਨੂੰ, ਠੀਕ ਆ। ਜਿਹੜਾ ਸੋਲ ਪ੍ਰੋਪਰਾਈਟਰ ਆ ਉਹਨੂੰ ਇਸ ਤਰ੍ਹਾਂ ਦੀ, ਕਿਉਂਕਿ ਉਹਨੇ ਬਹੁਤ ਘੱਟ ਸਮਾਨ ਖਰੀਦਿਆ ਹੁੰਦਾ, ਹਜੇ ਕੋਈ ਛੋਟ ਨਹੀਂ ਮਿਲਦੀ, ਤਾਂ ਕਰਕੇ ਆਪਾਂ ਸੋਲ ਪ੍ਰੋਪਰਾਈਟਰ 'ਚ ਕਹਿ ਸਕਦੇ ਹਾਂ ਵੀ ਨੋ ਲਾਰਜ ਸਕੇਲ ਇਕੋਨਮੀਜ਼। ਨੈਕਸਟ ਦੇਖੋ 6th ਪੁਆਇੰਟ, ਮੋਰ ਰਿਸਕ ਇਨਵੋਲਵਡ। ਆਪਾਂ ਪਹਿਲਾਂ ਪੜ੍ਹਿਆ ਸੀ ਵਿੱਚ ਰਿਸਕ ਜ਼ਿਆਦਾ ਨਹੀਂ ਹੈ, ਬਟ ਇਹਦੇ ਵਿੱਚ ਹੁਣ ਰਿਸਕ ਜ਼ਿਆਦਾ ਹੈ। ਕਿਵੇਂ, ਉਹ ਦੇਖਦੇ ਹਾਂ। In sole proprietorship form of organization, all the decisions are taken by the owner himself। ਸਾਰੇ ਫੈਸਲੇ ਉਹ ਖੁਦ ਲੈਂਦਾ। Since there are no other partners or business associates who will assist him while taking decision। ਨਾ ਤਾਂ ਉਹਦਾ ਕੋਈ ਹੈਲਪ ਕਰਨ ਵਾਲਾ ਵਾ, ਨਾ ਉਹਦਾ ਕੋਈ ਪਾਰਟਨਰ ਆ ਜਿਹੜਾ ਉਹਨੂੰ ਡਿਸੀਜਨ ਲੈਣ ਦੇ ਵਿੱਚ ਹੈਲਪ ਕਰੇ। This may also lead to wrong decisions which affect the success and growth of the business। ਹੋ ਸਕਦਾ ਉਹ ਗਲਤ ਫੈਸਲੇ ਲੈ ਲਵੇ ਜਿਸ ਕਰਕੇ ਸਾਡੇ ਬਿਜ਼ਨਸ ਨੂੰ ਕੀ ਹੋ ਸਕਦਾ, ਰਿਸਕ ਹੋ ਸਕਦਾ। ਅਨਸੂਟੇਬਲ ਫॉर ਲਾਰਜ ਸਕੇਲ ਬਿਜ਼ਨਸ। ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਫਾਰਮ ਆਫ ਆਰਗੇਨਾਈਜੇਸ਼ਨ ਆ ਇਹ ਵੱਡੇ ਬਿਜ਼ਨਸ ਲਈ ਲਾਗੂ ਨਹੀਂ ਹੁੰਦੀ। A sole trade form of organization is not suitable for large scale business because a sole trader cannot manage or control the entire business efficiently with his limited skills, talent and knowledge। ਕਿਉਂਕਿ ਇੱਕ ਸੋਲ ਟ੍ਰੇਡ ਪਰਸਨ ਕੀ ਕਰ ਸਕਦਾ ਵਾ, ਆਪਦੀ ਲਿਮਟਿਡ ਸਕਿੱਲਸ ਦੇ ਨਾਲ, ਆਪਦੇ ਲਿਮਟਿਡ ਟੈਲੈਂਟ ਦੇ ਨਾਲ ਐਫੀਸ਼ੀਐਂਟਲੀ ਵੱਡਾ ਬਿਜ਼ਨਸ ਨਹੀਂ ਚਲਾ ਸਕਦਾ। 8th ਪੁਆਇੰਟ ਦੇਖੋ, ਡਿਫੀਕਲਟੀ ਇਨ ਮੇਨਟੇਨਿੰਗ ਪਰਸਨਲ ਕੰਟੈਕਟ। ਆਪਾਂ ਪਹਿਲਾਂ ਪੜ੍ਹਿਆ ਸੀ ਵੀ ਪਰਸਨਲ ਕੰਟੈਕਟ ਮੇਨਟੇਨ ਕਰ ਸਕਦਾ। ਹੁਣ ਕੀ ਡਿਫੀਕਲਟੀ ਆਉਂਦੀ ਆ, ਦੋ ਆ ਸੋਲ ਟ੍ਰੇਡਰ ਇਜ਼ ਸਪੋਜ਼ ਟੂ ਡਿਵੈਲਪ ਐਂਡ ਮੇਨਟੇਨ ਡਾਇਰੈਕਟ ਐਂਡ ਪਰਸਨਲ ਕੰਟੈਕਟ ਵਿਦ ਹਿਸ ਕਸਟਮਰਸ ਬਟ ਇਨ ਫੈਕਟ ਦਿਸ ਇਜ਼ ਨਾਟ ਪੋਸੀਬਲ। ਕਹਿੰਦੇ ਆਪਾਂ ਇਹ ਮੰਨਦੇ ਹਾਂ ਵੀ ਉਹ ਡਾਇਰੈਕਟ ਕੰਟੈਕਟ ਰੱਖ ਸਕਦਾ ਆਪਦੇ ਕਸਟਮਰ ਦੇ ਨਾਲ, ਬਟ ਐਕਚੁਅਲ ਦੇ ਵਿੱਚ ਇਹ ਪੋਸੀਬਲ ਨਹੀਂ ਹੈ। ਕਿਉਂ? In the modern world, the business is spreading over large areas where the sole proprietor cannot personally reach to look after every activity। ਅੱਜ ਕੱਲ੍ਹ ਕੀ ਹੈ, ਬਿਜ਼ਨਸ ਬਹੁਤ ਜ਼ਿਆਦਾ ਫੈਲ ਰਿਹਾ ਵਾ, ਜਿਸ ਕਰਕੇ ਜਿਹੜਾ ਇੱਕ ਸੋਲ ਪ੍ਰੋਪਰਾਈਟਰ ਆ ਜਾਂ ਸੋਲ ਟ੍ਰੇਡਰ ਆ ਉਹ ਇਕੱਲਾ ਪਰਸਨ ਹਰ ਇੱਕ ਜਗ੍ਹਾ ਜਾ ਕੇ ਹਰ ਇੱਕ ਐਕਟੀਵਿਟੀ ਨਹੀਂ ਦੇਖ ਸਕਦਾ। ਸੋ ਦੈਟਸ ਵਾਈ ਦਾ ਪਰਸਨਲ ਕੰਟੈਕਟ ਆਫ ਦਾ ਪ੍ਰੋਪਰਾਈਟਰ ਗੋਜ਼ ਔਨ ਡਿਕਰੀਜ਼ਿੰਗ ਵਿਦ ਦਾ ਕਸਟਮਰ। ਸੋ ਜਿਸ ਕਰਕੇ ਉਹਦਾ ਪਰਸਨਲ ਕੰਟੈਕਟ ਅੱਗੇ ਨਾਲੋਂ ਕੀ ਹੋ ਰਿਹਾ ਵਾ, ਘੱਟ ਰਿਹਾ ਵਾ। ਨੈਕਸਟ ਦੇਖੋ 9th ਪੁਆਇੰਟ, ਲਿਮਟਿਡ ਸਕੋਪ ਆਫ ਇੰਪਲੋਈਜ਼। ਇੱਥੇ ਇੰਪਲੋਈਜ਼ ਲਈ ਬਹੁਤ ਲਿਮਟਿਡ ਸਕੋਪ ਹੁੰਦਾ। ਦਾ ਰੀਜ਼ਨ ਕੀ ਆ, ਇਨ ਦਾ ਸੋਲ ਪ੍ਰੋਪਰਾਈਟਰਸ਼ਿਪ ਫਾਰਮ ਆਫ ਆਰਗੇਨਾਈਜੇਸ਼ਨ ਦਾ ਕਰੀਅਰ ਓਪਰਚੁਨਿਟੀਜ਼ ਆਰ ਲਿਮਟਿਡ। ਇੱਥੇ ਯਾਨੀ ਕਿ ਰੁਜ਼ਗਾਰ ਦੇ ਮੌਕੇ ਜਾਂ ਕਰੀਅਰ ਦੇ ਮੌਕੇ ਬਹੁਤ ਘੱਟ ਨੇ। ਇਟ ਇਜ਼ ਨਾਟ ਪੋਸੀਬਲ ਫॉर ਅ ਸੋਲ ਟ੍ਰੇਡਰ ਟੂ ਅਪੁਆਇੰਟ ਟ੍ਰੇਨਡ ਐਂਡ ਕੁਆਲੀਫਾਈਡ ਪਰਸਨਸ ਫॉर ਦਾ ਜੋਬ। ਇਹ ਕਹਿੰਦੇ ਇਜ਼ ਪੋਸੀਬਲ ਹੀ ਨਹੀਂ ਹੈ ਇੱਕ ਸੋਲ ਟ੍ਰੇਡ ਪਰਸਨ ਦੇ ਲਈ ਕਿ ਉਹ ਪੜ੍ਹੇ ਲਿਖੇ ਕੁਆਲੀਫਾਈਡ ਲੋਕਾਂ ਨੂੰ ਆਪਦੇ ਕੋਲੇ ਕੰਮ 'ਤੇ ਰੱਖ ਸਕੇ। ਕਿਉਂ? ਬਿਕੋਜ਼ ਉਹਦਾ ਜਿਹੜਾ ਬਿਜ਼ਨਸ ਆ ਇਜ਼ ਰਨ ਔਨ ਸਮੋਲ ਸਕੇਲ, ਕਿਉਂਕਿ ਉਹਦਾ ਬਿਜ਼ਨਸ ਬਹੁਤ ਛੋਟੇ ਪੈਮਾਨੇ 'ਤੇ ਆ। ਸੋ ਅ ਟ੍ਰੇਡਰ ਕੈਨੋਟ ਆਫਰ ਸਪੈਸ਼ਲ ਫਾਈਨੈਂਸ਼ੀਅਲ ਇਨਸੈਂਟਿਵ ਟੂ ਦਾ ਇੰਪਲੋਈਜ਼ ਵਿਚ ਇੰਡਿਊਸ ਦੈਮ ਟੂ ਜੁਆਇਨ ਗੁੱਡ ਕੰਸਰਨਸ ਵੈਨ ਐਵਰ ਅ ਨਿਊ ਓਪਰਚੁਨਿਟੀ ਅਰਾਈਜ਼ਸ। ਸੋ ਇਹਦੇ ਵਿੱਚ ਕੀ ਆ, ਜਿਹੜਾ ਇਹਦਾ ਬਿਜ਼ਨਸ ਛੋਟੇ ਲੈਵਲ 'ਤੇ ਆ ਤਾਂ ਕਰਕੇ ਉਹ ਪੈਸੇ ਦੇ ਰੂਪ 'ਚ ਜ਼ਿਆਦਾ ਵਧੀਆ ਉਹਨਾਂ ਨੂੰ ਸੈਲਰੀ ਨਹੀਂ ਦੇ ਸਕਦਾ, ਠੀਕ ਆ, ਜਿਹਦੇ ਕਰਕੇ ਹੀ ਉਹ ਦੂਜੇ ਵੱਡੇ ਹਾਊਸਿਸ ਦੇ ਵਿੱਚ ਜਾਂਦੇ ਆ ਜਾਂ ਵੱਡੇ ਕੰਪਨੀਜ਼ ਨੂੰ ਜੁਆਇਨ ਕਰਦੇ ਆ, ਠੀਕ ਆ। ਨੈਕਸਟ ਹੈਗਾ ਵਾ ਸੀਕ੍ਰੇਸੀ ਕੌਜ਼ ਸਸਪੀਸ਼ਨ। ਸੀਕ੍ਰੇਸੀ ਹੁੰਦਾ ਸੀਕਰਟ ਕੋਈ, ਠੀਕ ਆ, ਕੋਈ ਗੁਪਤ ਆਪਦੇ ਕੋਲੇ ਸੀਕਰਟ ਚੀਜ਼ ਰੱਖਣੀ। ਸਸਪੀਸ਼ਨ ਹੁੰਦਾ ਸ਼ੱਕ। although secrecy is desirable for the business but sometimes it cause suspicion in the minds of the outsider। ਕਹਿੰਦੇ ਨੋ ਡਾਊਟ ਸਾਨੂੰ ਆਪਦੇ ਬਿਜ਼ਨਸ ਦੇ ਸੀਕਰਟ ਆਪਦੇ ਕੋਲ ਰੱਖਣੇ ਚਾਹੀਦੇ ਆ, ਬਟ ਕਈ ਵਾਰ ਜਿਹੜੇ ਆਊਟਸਾਈਡਰ ਲੋਕ ਆ ਉਹਨਾਂ ਦੇ ਦਿਮਾਗ ਦੇ ਵਿੱਚ ਸ਼ੱਕ ਵੀ ਚਲਿਆ ਜਾਂਦਾ। ਅਨਲਾਈਕ ਕੰਪਨੀ ਫਾਰਮ ਆਫ ਆਰਗੇਨਾਈਜੇਸ਼ਨ ਦਾ ਸੋਲ ਟ੍ਰੇਡਰ ਇਜ਼ ਨਾਟ ਰਿਕੁਆਇਰਡ ਟੂ ਪਬਲਿਸ਼ ਐਨੀ ਇਨਫੋਰਮੇਸ਼ਨ ਵਿਦ ਰਿਗਾਰਡ ਟੂ ਦਾ ਅਕਾਊਂਟਸ ਆਫ ਐਨੀ ਅਦਰ ਪਰਸਨ। ਹੁਣ ਦੇਖੋ
ਇਹਦੇ ਵਿੱਚ ਇਹ ਦੱਸਿਆ ਗਿਆ ਕਿ ਹੁਣ ਦੇਖੋ ਆਪਾਂ ਆਉਣ ਵਾਲੇ ਚੈਪਟਰਸ ਦੇ ਵਿੱਚ ਪੜ੍ਹਾਂਗੇ ਕੰਪਨੀ ਕੀ ਹੁੰਦੀ ਹੈ, ਠੀਕ ਆ। ਕੰਪਨੀ ਦੇ ਵਿੱਚ ਇਹ ਰੂਲ ਹੁੰਦਾ ਵੀ ਤੁਸੀਂ ਆਪਦੇ ਬਿਜ਼ਨਸ ਦੇ ਅਕਾਊਂਟਸ ਨੂੰ ਪਬਲਿਸ਼ ਕਰਨਾ, ਯਾਨੀ ਕਿ ਜਰਨਲ ਮੀਟਿੰਗ ਹੁੰਦੀ ਹੈ 1 ਸਾਲ ਬਾਅਦ, ਉਹਦੇ ਵਿੱਚ ਦੱਸਣਾ ਹੁੰਦਾ ਵੀ ਆਪਾਂ ਪ੍ਰੋਫਿਟ 'ਚ ਜਾ ਰਹੇ ਹਾਂ ਜਾਂ ਆਪਾਂ ਲੋਸ 'ਚ ਜਾ ਰਹੇ ਹਾਂ। ਬਟ ਜਿਹੜੀ ਸੋਲ ਟ੍ਰੇਡ ਹੈ ਇਹਦੇ 'ਚ ਇੱਦਾਂ ਦੀ ਕੋਈ ਲੋੜ ਨਹੀਂ ਹੁੰਦੀ ਆਪਦੀ ਅਕਾਊਂਟਸ ਨੂੰ ਪਬਲਿਸ਼ ਕਰਨ ਦੀ। ਐਜ਼ ਆਫ ਦਿਸ ਰੀਜ਼ਨ ਦ ਆਊਟਸਾਈਡਰ ਕੈਨ ਨਾਟ ਨੋ ਅਬਾਊਟ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਕੰਸਰਨ। ਸੋ ਇਸੇ ਕਰਕੇ ਜਿਹੜੇ ਆਊਟਸਾਈਡਰ ਜਿਨ੍ਹਾਂ ਨੇ ਸਾਨੂੰ ਉਧਾਰ ਦਿੱਤਾ ਲਾਈਕ ਕ੍ਰੈਡੀਟਰਸ, ਉਹਨਾਂ ਨੂੰ ਸਾਡੇ ਬਿਜ਼ਨਸ ਬਾਰੇ ਪਤਾ ਨਹੀਂ ਲੱਗਦਾ ਐਂਡ ਦੇ ਲੂਜ਼ ਦੇਅਰ ਕੌਨਫੀਡੈਂਸ ਐਂਡ ਇੰਟਰਸਟ ਇਨ ਦਾ ਫॉर ਦ ਬਿਜ਼ਨਸ ਕੰਸਰਨ। ਅਤੇ ਹੌਲੀ ਹੌਲੀ ਉਹਨਾਂ ਦਾ ਜਿਹੜਾ ਇੰਟਰਸਟ ਅਤੇ ਕੌਨਫੀਡੈਂਸ ਹੈ ਸਾਡੇ ਬਿਜ਼ਨਸ 'ਚ ਫਿਰ ਖਤਮ ਹੋਣ ਲੱਗਦਾ, ਬਿਕੋਜ਼ ਉਹਨਾਂ ਨੂੰ ਲੱਗਦਾ ਵੀ ਸਾਡੇ ਤੋਂ ਕੁਛ ਲੁਕੋਇਆ ਜਾ ਰਿਹਾ, ਠੀਕ ਆ। ਨੈਕਸਟ ਆਪਾਂ ਅਗਲੀ ਵੀਡੀਓ ਦੇ ਵਿੱਚ ਨੈਕਸਟ ਟੌਪਿਕ ਡਿਸਕਸ ਕਰਾਂਗੇ। ਥੈਂਕ ਯੂ ਬੇਟਾ।